गुर प्रसाद तेरे कवन कवन गुण कह कह गावा। तू साहिब गुणी निधाना, तुमरी महिमा वर्ण ना सको। तू ठाकुर पूज भगवाना, तुमरी महिमा वर्ण ना सको। तू ठाकुर पूज भगवाना। वाहिगुरु जी का खालसा, वाहिगुरु जी की फतेह। परम सन्मानयोग हाजरा हजूर जहरा जहूर सर्व कला भरपूर। धन धन साहिब सतगुरु श्री गुरु ग्रंथ साहिब जी महाराज जी की पावन पवित्र हजूरी अंदर सुभाए मान होई बैठी गुरु सवारी गुरु साध संगत जीओ। आप जी महान वडभागी हो जो सतगुरु महाराज जी की अपार बख्शिश का सदका हर महीने की तरह संग्राम के दिहाड़े को मनाउंदियां आप जी ने पूर्ण ब्रह्म ज्ञानी तत्वेते श्रीमान संत बाबा जवाला सिंह जी जिथे महापुरखा ने बैठ करके जीवन पर्यंत उस परमात्मा की बंदगी की और उस परमात्मा के अंदर अभेद हो गए। उन्होंने पावन पवित्र अस्थान गुरुद्वारा हरखोवाल विखे आप सारिया संगतां गुरु चरणों में हाजरियां भर रहे। अमृत बाणी के भोग बड़े प्यार जी के नाल आप जी ने सरवण किए। उपरंत 12 महा अमृत बाणी के पाठ सतगुरु के चरणों में अरदास हुई। मेरे हजूर ने अरदास उपरंत पावन पवित्र हुक्मनामे बख्शिश किते ने। जित पार ब्रह्म चित आया सो घर दई बसाया। इत्थे दई का अर्थ वो पार ब्रह्म परमेश्वर अकाल पुरख अंतरजामी वाहिगुरु गुरु अर्जन साहब महाराज जी कृपा करते हैं कि जिस भी मनुख नूं वो परिपूर्ण परमात्मा चेते आ गया उस वाहिगुरु परमेश्वर ने वो हिरदा रूपी घर ने आड़ कर दिता, वसा दिता। अज जेठ का महीना आरंभ होया है और सतगुरु महाराज ने जेठ के महीने का उपदेश करदियां उस पार ब्रह्म परमेश्वर के चरणों से झुकण वास्ते उपदेश किया है। पहला वचन है हर जेठ जुड़ंदा लोड़ी है जिस अगे सब निवंद। इस पंक्ति ते आपा रुकना है। साहब कहते ने हे इंसान जेठ का महीना आरंभ होया है
ਤੇ ਜੇਠ ਦੇ ਮਹੀਨੇ ਅੰਦਰ ਕਰਨਾ ਕੀ ਹੈ। ਸਾਹਿਬ ਕਹਿੰਦੇ ਨੇ ਉਸ ਹਰੀ ਪਰਮਾਤਮਾ ਦੇ ਚਰਨਾਂ ਤੇ ਝੁਕ ਜਾ। ਇੱਥੇ ਝੁਕਣ ਤੋਂ ਭਾਵ ਹੈ ਉਸ ਪਰਮਾਤਮਾ ਦੇ ਚਰਨਾਂ ਤੇ ਨਮਸਕਾਰ ਕਰ। ਉਸ ਵਾਹਿਗੁਰੂ ਦੇ ਚਰਨਾਂ ਤੇ ਆਪਣੇ ਆਪ ਨੂੰ ਸਮਰਪਿਤ ਕਰ ਦੇ। ਕਿਹੜੇ ਪਰਮਾਤਮਾ ਦੇ ਚਰਨਾਂ ਤੋਂ? ਜਿਸ ਅੱਗੇ ਸਭ ਨਿਵੰਨ, ਜਿਸ ਪਰਮਾਤਮਾ ਦੇ ਚਰਨਾਂ ਤੇ ਸਾਰੀ ਲੁਕਾਈ, ਸਾਰੀ ਕੁਦਰਤ, ਸਾਰਾ ਸੰਸਾਰ ਜਿਸ ਪਰਮਾਤਮਾ ਦੇ ਚਰਨਾਂ ਤੇ ਝੁਕਦਾ ਪਿਆ ਹੈ, ਉਸ ਪਰਮਾਤਮਾ ਦੇ ਚਰਨਾਂ ਤੇ ਝੁਕਣਾ ਸਿੱਖ ਲੈ। ਜਦੋਂ ਆਪਾਂ ਸਤਿਗੁਰੂ ਦੀ ਅੰਮ੍ਰਿਤ ਬਾਣੀ ਪੜ੍ਹਦੇ ਹਾਂ, ਉਹ ਪਰਿਪੂਰਨ ਪਰਮਾਤਮਾ ਹੈ ਕਿ ਜਿਸ ਬਾਰੇ ਮੇਰੇ ਸਤਿਗੁਰੂ ਨੇ ਸ਼ਬਦ ਕਹੇ ਕਿ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਤੇ ਝੁਕ ਜਾ। ਸਤਿਗੁਰੂ ਦੀ ਅੰਮ੍ਰਿਤ ਬਾਣੀ ਪੜ੍ਹਿਆ ਮਨੁੱਖ ਦੇ ਸਾਰੇ ਸ਼ੰਕੇ ਦੂਰ ਹੋ ਜਾਂਦੇ ਨੇ ਕਿ ਉਹ ਵਾਹਿਗੁਰੂ ਪਰਮਾਤਮਾ ਹੈ ਕਿ। ਸਤਿਗੁਰੂ ਦੀ ਅੰਮ੍ਰਿਤ ਬਾਣੀ ਦੇ ਵਚਨ ਨੇ ਕਿ ਉਹ ਪਰਿਪੂਰਨ ਪਰਮਾਤਮਾ ਸਰਬ ਸ਼ਕਤੀਮਾਨ ਹੈ। ਉਸ ਪਰਮਾਤਮਾ ਵਰਗੀ ਕਿਸੇ ਕੋਲ ਕੋਈ ਤਾਕਤ ਨਹੀਂ। ਦੂਸਰਾ ਵਚਨ ਅੰਮ੍ਰਿਤ ਬਾਣੀ ਵਿੱਚੋਂ ਸਾਹਿਬ ਕਹਿੰਦੇ ਨੇ ਉਹ ਪਰਮ ਪਿਤਾ ਪਰਮਾਤਮਾ ਜਿੱਥੇ ਸਰਬ ਸ਼ਕਤੀਮਾਨ ਹੈ, ਉੱਥੇ ਸਾਰੇ ਸੰਸਾਰ ਦੀ ਸਾਜਨਾ ਕਰਨ ਵਾਲਾ ਵੀ ਕੇਵਲ ਇੱਕ ਪਰਮਾਤਮਾ ਹੈ। ਅੰਮ੍ਰਿਤ ਬਾਣੀ ਦਾ ਤੀਸਰਾ ਵਚਨ ਸਾਹਿਬ ਕਹਿੰਦੇ ਨੇ ਜਿਹੜਾ ਪਰਮਾਤਮਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਉਹ ਪੈਦਾ ਕਰਕੇ ਸਾਰੇ ਸੰਸਾਰ ਦੀ ਫਿਰ ਪ੍ਰਤਪਾਲਨਾ ਵੀ ਕਰਦਾ ਹੈ। ਜਿਸ ਨੂੰ ਸਤਿਗੁਰੂ ਦੀ ਬਾਣੀ ਨੇ ਸ਼ਬਦ ਕਹੇ ਦੱਤਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋੜ ਨਾ ਆਵੇ ਅਗਣਤ ਭਰੇ ਭੰਡਾਰ। ਉਹ ਪਰਿਪੂਰਨ ਪਰਮਾਤਮਾ ਜਿਹੜਾ ਸਰਬ ਸ਼ਕਤੀਮਾਨ ਹੈ, ਜਿਹੜਾ ਪਰਮਾਤਮਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਤੇ ਜਿਹੜਾ ਪਰਮਾਤਮਾ ਸਾਰੇ ਜੀਵਾਂ ਨੂੰ ਰਿਜ਼ਕ ਦੇਣ ਵਾਲਾ, ਉਹ ਪਰਮਾਤਮਾ ਫਿਰ ਰਹਿੰਦਾ ਕਿੱਥੇ ਹੈ। ਸਤਿਗੁਰੂ ਦੀ ਅੰਮ੍ਰਿਤ ਬਾਣੀ ਦਾ ਵਚਨ ਹੈ ਜਲ ਕਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਉਹ ਪਰਮਾਤਮਾ ਕਿੱਥੇ ਕਿੱਥੇ ਨਿਵਾਸ ਕਰਦਾ ਹੈ ਤੇ ਉਸ ਪਰਮਾਤਮਾ ਦੀ ਜੋਤ ਸਾਰੇ ਜੀਵਾਂ ਅੰਦਰ ਕਿਵੇਂ ਟਿਕੀ ਹੋਈ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਹੈ ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧਵ ਜੀਆ। ਸਾਹਿਬ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਤਾਂ ਘਟ ਘਟ ਦੇ ਅੰਦਰ ਰਮਿਆ ਹੋਇਆ ਹੈ ਤੇ ਸਤਿਗੁਰੂ ਨੇ ਅੱਜ ਕਿਰਪਾ ਕੀਤੀ ਕਿ ਇਹ ਮੇਰੇ ਮਨ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਤੇ ਝੁਕ ਜਾ। ਜਿਹੜਾ ਪਰਮਾਤਮਾ ਸਰਬ ਸ਼ਕਤੀਮਾਨ ਹੈ, ਜਿਹੜਾ ਪਰਮਾਤਮਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਤੇ ਜਿਹੜਾ ਪਰਮਾਤਮਾ ਸਾਰੇ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ, ਜਿਸ ਅੱਗੇ ਸਭ ਨਿਵੰਨ ਤੇ ਜਿਸ ਪਰਮਾਤਮਾ ਦੇ ਚਰਨਾਂ ਤੇ ਸਾਰੀ ਲੁਕਾਈ ਝੁਕਦੀ ਪਈ ਹੈ। ਹੁਣ ਸਤਿਗੁਰੂ ਦੀ ਬਾਣੀ ਵਿੱਚੋਂ ਵੇਖੀਏ ਕਿ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਤੇ ਕੌਣ ਕੌਣ ਝੁਕਦਾ ਪਿਆ ਹੈ। ਆਸਾ ਦੀ ਵਾਰ ਦੇ ਬੜੇ ਪਿਆਰੇ ਬਚਨ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਮਨਾ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਤੇ ਝੁਕ ਜਾ, ਜਿਹੜਾ ਪਰਿਪੂਰਨ ਪਰਮਾਤਮਾ ਸਰਬੱਗ ਹੈ ਤੇ ਸਾਰੀ ਲੁਕਾਈ ਜਿਸ ਪਰਮਾਤਮਾ ਦੇ ਹੁਕਮ ਅੰਦਰ ਤੁਰਦੀ ਪਈ ਹੈ। ਕਿਹੜਾ ਕਿਹੜਾ ਜੀਵ ਕਿਵੇਂ ਕਿਵੇਂ ਉਸ ਪਰਮਾਤਮਾ ਦੇ ਚਰਨਾਂ ਤੇ ਝੁਕਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ। ਸਾਹਿਬ ਕਹਿੰਦੇ ਨੇ ਆ ਜਿਹੜੀ ਹਵਾ ਚੱਲਦੀ ਹੈ ਨਾ, ਇਹ ਵੀ ਪਰਮਾਤਮਾ ਦੇ ਹੁਕਮ ਵਿੱਚ ਹੈ, ਇਹ ਵੀ ਪਰਮਾਤਮਾ ਦੀ ਆਗਿਆ ਵਿੱਚ ਰੁਕਦੀ ਪਈ ਹੈ। ਹਵਾ ਕੌਣ ਵੀ ਪਰਮਾਤਮਾ ਦੇ ਚਰਨਾਂ ਉੱਤੇ ਨਮਸਕਾਰ ਕਰਦੀ ਹੈ। ਸਤਿਗੁਰੂ ਨੇ ਦੂਸਰਾ ਵਚਨ ਉਚਾਰਨ ਕੀਤਾ। ਸਾਹਿਬ ਕਹਿੰਦੇ ਨੇ ਆ ਦਰਿਆ, ਧਰਤੀ ਤੇ ਲੱਖਾਂ ਦਰਿਆ ਨੇ, ਵੱਡੇ ਵੱਡੇ ਸਾਗਰ ਨੇ, ਝਰਨੇ ਨੇ, ਨਦੀਆਂ ਨੇ, ਇਹ ਸਾਗਰ ਵੀ ਪਰਮਾਤਮਾ ਦੀ ਆਗਿਆ ਵਿੱਚ ਹੀ ਤੁਰਦੇ ਪਏ ਨੇ। ਸਤਿਗੁਰੂ ਨੇ ਤੀਸਰਾ ਵਚਨ ਉਚਾਰਨ ਕੀਤਾ।
ਸਾਹਿਬ ਕਹਿੰਦੇ ਨੇ ਆ ਜਿਹੜੀ ਅੱਗ ਘਰਾਂ ਦੇ ਕੰਮ ਸਵਾਰਦੀ ਹੈ, ਇਹ ਅੱਗ ਵੀ ਪਰਮਾਤਮਾ ਦੇ ਹੁਕਮ ਅੰਦਰ ਸਾਰੇ ਜੀਵਾਂ ਦੀ ਸੇਵਾ ਕਰਦੀ ਪਈ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਆ ਸੂਰਜ ਜੇ ਚੜ੍ਹਦਾ ਹੈ ਇਹ ਵੀ ਪਰਮਾਤਮਾ ਦੇ ਹੁਕਮ ਵਿੱਚ, ਜੇ ਸੂਰਜ ਵਿੱਚੋਂ ਪ੍ਰਕਾਸ਼ ਨਿਕਲਦਾ ਹੈ ਤੇ ਧਰਤੀ ਤੇ ਪ੍ਰਕਾਸ਼ ਹੁੰਦਾ ਹੈ, ਇਹ ਵੀ ਪਰਮਾਤਮਾ ਦੀ ਆਗਿਆ ਵਿੱਚ। ਚੰਦਰਮਾ ਰਾਤ ਨੂੰ ਆਕਾਸ਼ ਵਿੱਚ ਚਮਕਦਾ ਹੈ, ਇਹ ਵੀ ਪਰਮਾਤਮਾ ਦਾ ਹੁਕਮ। ਤੇ ਸਤਿਗੁਰੂ ਨੇ ਕਿਰਪਾ ਕੀਤੀ, ਕਹਿ ਲਗੇ ਜਿੰਨੇ ਵੀ ਸਾਰੇ ਸੰਸਾਰ ਦੇ ਜੀਵ ਨੇ ਸਭ ਕੁਝ ਹੀ ਪਰਮਾਤਮਾ ਦੀ ਆਗਿਆ ਵਿੱਚ ਤੁਰਦਾ ਪਿਆ ਹੈ। ਸਾਰੇ ਪਰਮਾਤਮਾ ਦੇ ਚਰਨਾਂ ਤੇ ਝੁਕਦੇ ਨੇ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ। ਸਭ ਕਹਿੰਦੇ ਨੇ ਭੈ ਵਿੱਚ ਪਵਨ ਵਹਿ ਸਤ ਵਾਹੁ, ਭੈ ਵਿੱਚ ਚੱਲਾ ਲੱਖ ਦਰਿਆਓ, ਭੈ ਵਿੱਚ ਅਗਨ ਕੱਢਾ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰਾ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆ ਡਾਣੇ ਆਕਾਸ਼, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆਂ ਭਉ ਦਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਾਚੇ। ਸਾਹਿਬ ਕਹਿੰਦੇ ਨੇ ਸਾਰੀ ਲੁਕਾਈ ਪਰਮਾਤਮਾ ਦੇ ਚਰਨਾਂ ਤੇ ਝੁਕਦੀ ਪਈ ਹੈ। ਸਤਿਗੁਰੂ ਦੀ ਅੰਮ੍ਰਿਤ ਬਾਣੀ ਦਾ ਦੂਸਰਾ ਬਚਨ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮਾਰੂ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਸਾਹਿਬ ਕਹਿੰਦੇ ਨੇ ਡਰਪੈ ਧਰਤ ਆਕਾਸ਼ ਨੇ ਖਤਰਾ, ਇਹ ਧਰਤੀ ਵੀ ਪਰਮਾਤਮਾ ਦੇ ਪੈ ਵਿੱਚ ਹੈ। ਆਕਾਸ਼ ਤੇ ਚਮਕਦੇ ਹੋਏ ਤਾਰੇ ਨਛੱਤਰ ਵੀ ਪਰਮਾਤਮਾ ਦੀ ਆਗਿਆ ਵਿੱਚ ਤੁਰਦੇ ਪਏ ਨੇ। ਡਰਪੈ ਧਰਤ ਆਕਾਸ਼ ਨੇ ਖਤਰਾ, ਸਿਰ ਉੱਪਰ ਅਮਰ ਕਰਾਰਾ, ਪਾਉ ਪਾਣੀ ਪੈ ਸੰਤਰ ਡਰਪੈ, ਡਰਪੈ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰ ਮਿਲ ਗਾਏ ਗੁਣੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਪੜ੍ਹੀਏ। ਪਰਮਾਤਮਾ ਦੇ ਚਰਨਾਂ ਤੇ ਕੌਣ ਕੌਣ ਝੁਕਦਾ ਹੈ ਤੇ ਪਰਮਾਤਮਾ ਦੇ ਹੁਕਮ ਅੰਦਰ ਕੌਣ ਕੌਣ ਤੁਰਦਾ ਪਿਆ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਅਕਾਲ ਉਸਤਤ ਅੰਦਰ ਇੱਕ ਕਵਿਤ ਉਚਾਰਨ ਕੀਤਾ ਹੈ। ਸਾਹਿਬ ਕਹਿੰਦੇ ਨੇ ਬੰਗ ਕੇ ਬੰਗਾਲੀ, ਬੰਗਾਲ ਦੇਸ਼ ਵਿੱਚ ਰਹਿਣ ਵਾਲੇ, ਬੰਗ ਕੇ ਬੰਗਾਲੀ, ਫਿਰੰਗ के फिरंगा वाली, दिल्ली के दिलवाली तेरी आज्ञा में चलत है। ਇਹਦਾ ਭਾਵ ਜਿੰਨਾ ਵੀ ਸੰਸਾਰ ਹੈ ਪਰਮਾਤਮਾ ਦੇ ਹੁਕਮ ਅੰਦਰ ਤੁਰਦਾ ਪਿਆ ਹੈ। ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, दिल्ली के दिलवाली तेरी आज्ञा में चलत है। रोह के रोहेले, माघ देश के मंगेले वीर, बंगसी बुंदेले, पाप पुंज को दलत है। ते साहब धन गुरु कलगीधर पातशाह महाराज ने कृपा की, गोखा गुण गावै, चीन मचीन के शीश न्यावै, तिब्बती ध्यावै, दोख देह को दलत है। जिनी तुहे ध्यायो तिने पूर्ण प्रताप पायो, सर्व तन ताम फल पूर्ण सो फलत है। साहब कहते हैं जिन्ने भी परमात्मा का गुण गाया, जेड़ा भी परमात्मा के चरणों से झुक गया, भावें ओदे घर विच गरीबी सी, कह लगे जेड़ा भी परमात्मा के चरणों से झुक गया, गुरु अर्जन साहब महाराज जी कहते सो घर दई वसाया। जेड़ा भी परमात्मा के चरणों से झुक गया, मेरे सतगुरु ने उन्होंने अमीरियां बख्शिश कर दित्तियां। सतगुरु की बाणी पढ़िए को परिपूर्ण परमात्मा है कि धन गुरु अर्जन साहब महाराज जी का शब्द साहब कहते हैं राजन मैं तू राजा कही है, वो राजियां विचों बड़ा राजा है। उस परिपूर्ण परमात्मा वर्गा कोई राजा नहीं। राजन मैं तू राजा कही है, भूमण मैं भूमा, ठाकुर मैं ठुकराई तेरी कोमण सिर कोमा। पिता मेरो बड़ो धनी अगम्मा, उस्तत कवन गिरिजा करते पेट रहे बिस्मा। सुखियन मैं तू सुखिया कही है, दातर सिर दाता, तेजन मैं तेजवंशी कही है, रसियन मैं राता। सूरन मैं सूरा को कही है, भोगन मैं भोगी, गृहस्थ मैं तू बड़ो गृहस्थी, जोगन मैं जोगी। ते मेरे सतगुरु ने कृपा की
कह लगे करतन मैं करता तू कहिए, आचारण मैं आचारी, गृहस्थन मैं तू बड़ो गृहस्थी, व्यापारन मैं व्यापारी। गृहस्थन मैं तू बड़ो गृहस्थी, कहते ने वो परमात्मा गृहस्थियों विचों बड़ा गृहस्थी है। उस परिपूर्ण परमात्मा वर्गा दूसरा है कोई नहीं। धन गुरु कलगीधर पातशाह महाराज जी ने कृपा की। साहब कहते ने अकाल पुरख की देह मुँह, कोटक विष्णु महेश, कोट इंद्र ब्रह्मा किते रब 7 करोड़ जलेश। कहते परमात्मा एडा तो बड़ा है। उस परमात्मा के शरीर अंदर करोड़ा ब्रह्मे, करोड़ा विष्णु ते करोड़ा शिव जी बैठे हुए ने। कह लगे मना मेरिया उस परिपूर्ण परमात्मा के चरणों ते झुक जा, जेड़ा परमात्मा सारे संसार की मर्यादा नूं चलाण वाला है ते जेड़े परमात्मा के चरणों ते सारे झुकते पे ने। दूसरा वचन साहब ने उच्चारण किया। साहब कहते हैं उस परमात्मा का पल्ला पकड़ जेड़ा परमात्मा सर्वज्ञ है। पहला वचन है हर जेठ जुड़ंदा लोड़ी है, जिस अग्गै सब निमन, हर सज्जन दावन लग्या किसे न देई बन। साहब कहते हैं परमात्मा का पल्ला पकड़, परमात्मा की शरण विच जा। कह लगे परमात्मा का पल्ला पकड़ेगा, तेरे जीवन के अंदर कोई बंधन रुकावट नहीं आएगी। सतगुरु की अमृत बाणी के आप 2 शब्द पढ़ते हैं जिन्हों के अंदर साहब ने पल्ला शब्द वरत्या है। एक धन गुरु रामदास महाराज जी का पावन पवित्र वचन है। साहब कहते हैं हम अंधले अंत बिखै बिखराते। गुरु रामदास सच्चे पातशाह जी महाराज साडे जीवां वालों परमात्मा के दर ते अरदास करते हैं, मना मेरिया जे किते तू भी परमात्मा के दर ते इस तरह अरदास करे, हो सकता है तेरे अंदर की अरदास नूं सुन करके वो परिपूर्ण परमात्मा जिहड़ा है तेनू अपने चरणों का पल्ला पकड़ा देवे। धन गुरु रामदास महाराज जी ने कृपा की। हम अंधले अंध बिखै बिखराते, क्यों चालै गुर चाली, सतगुर दया करै सुख दाता, हम लावै आपन पाली। कह लगे दाता बस कृपा करो, अपने चरणों का आसरा, अपने चरणों का पल्ला बख्शिश कर देवो। दूसरा शब्द साहब की पवित्र बाणी विचों साहब कहते ने मैं सारे संसार को देख लिया, सारे संसार के विचों एक भी ऐसा मनुख नजर नहीं आया जिहड़ा सच नाल जुड़िया होवे। ये सारा संसार ही झूठा है। कह लगे मैं तो उस्तत करनी ते निंदिया करनी छड़ दी है, हुण तां मैं केवल तेरे चरणों का आसरा ही तकिया है। सतगुरु के अमृत वचन उस्तत निंदा नानक जी, मैं हब वंजाई छोड़िया हब किछ त्यागी, सबे साक उड़ावे डिठे तो पल्ले टैंडे लागी। ते गुरु अर्जन साहब महाराज जी कृपा करते ने उस परमात्मा का पल्ला पकड़ जेड़ा परमात्मा सर्वज्ञ है। ते जे उस परमात्मा का पल्ला पकड़ेगा फिर होवेगा कि कह लगे जे परमात्मा का पल्ला पकड़ लवेगा तेरे जीवन के अंदर कोई दुख नहीं आवेगा। ते सतगुरु ने अमृत बाणी अंदर एक दलील वरती, एक प्रमाण वरतिया ते सानू समझाउंदे ने। कह लगे जदों दाने पी जाते ने चक्की विच पा करके दाणियां नूं पीसिया जाता है, जेड़े दाने कूड़ां दे थल्ले आ जाण उन्हां दाणियां दा आटा बन जाता है, वो दले जाते ने। ते जेड़े दाने किल्ली ना लग जाण, जेड़े उस चक्की दी किल्ली ना लग जाण, वो कदी दले नहीं जाते, वो उभर जाते ने। ते साहब ने अमृत बाणी अंदर कृपा की। कह लगे जे दाना किल्ली ना लग जाए बच जाता है, जे परमात्मा के चरणों का आसरा तक लाएगा जीवन जिंदगी के अंदर तेरे अंदर माया का कोई विकार नहीं व्यापेगा, तू दुखों तो कलेशों तो विकारों तो बच जाएगा। ते साहब ने कृपा की। 2 फुट चक्की जोड़ के पीसन आए बहिठ, जो दर लगे से उपरे नानक अज बैठ। कह लगे ये हैरानी बड़ा कौतक है, जेड़े किल्ली ना लग गए वो बच गए, जिन्हों ने परमात्मा का पल्ला पकड़िया वो संसार सागर तो तर गए। साध संगत अज सतगुरु ने कृपा की। मना जेड़ा परमात्मा सर्वज्ञ है, जेड़ा परमात्मा अंतरजामी है, जेड़ा परमात्मा सर्वव्यापक है,
ਜਿਹੜਾ ਪ੍ਰਮਾਤਮਾ ਸਾਰੇ ਸੰਸਾਰ ਨੂੰ ਦਾਤਾਂ ਤੇ ਰਿਜ਼ਕ ਦੇਣ ਵਾਲਾ ਹੈ, ਉਸ ਪ੍ਰਮਾਤਮਾ ਦੇ ਚਰਨਾਂ ਤੇ ਝੁਕ ਜਾ, ਤੇਰੇ ਜੀਵਨ ਦੇ ਅੰਦਰ ਕੋਈ ਬੰਧਨ ਨਹੀਂ ਆਵੇਗਾ। ਤੇ ਇੱਕ ਅਰਦਾਸ ਕਰਿਆ ਕਰ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪ੍ਰਾਤੀ ਤਰਿਆਰੇ, ਤੇਰੇ ਅੰਦਰ ਦੀ ਅਰਦਾਸ ਹੋਵੇ। ਡੰਡੌਤ ਬੰਧਨ ਅਨਕ ਬਾਰ, ਸਰਵ ਕਲਾ ਸਮਰੱਥ, ਅਰਦਾਸ ਕਰਿਆ ਕਰ ਹੱਥ ਜੋੜ ਕਰਕੇ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਤੇਰੇ ਅੰਦਰ ਦੀ ਅਰਦਾਸ ਹੋਵੇ। ਜਦੋਂ ਵੀ ਗੁਰੂ ਚਰਨਾਂ ਵਿੱਚ ਆਵੇ, ਤੇਰੇ ਅੰਦਰੋਂ ਇੱਕ ਅਰਦਾਸ ਨਿਕਲੇ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਤੇਰੇ ਅੰਦਰੋਂ ਇੱਕ ਆਵਾਜ਼ ਨਿਕਲੇ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਦ ਹੈ ਦਾਤਾ, ਹੋ ਦਇਆਲ, ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। हे ਮਾਲਕ, ਮੈਂ ਭਿਖਾਰੀ ਤੇਰੇ ਚਰਨਾਂ ਵਿੱਚ ਆਇਆ, ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ। ਆ ਤੇਰੇ ਨਾਮ ਦਾ ਰੰਗ ਮੇਰੇ ਮਨ ਉੱਤੇ ਵੀ ਚੜ ਜਾਏ ਤੇ ਮੇਰਾ ਮਨ ਵੀ ਸਦੀਵ ਕਾਲ ਵਾਸਤੇ ਆਨੰਦਿਤ ਹੋ ਜਾਏ। ਇੰਨੇ ਕੁ ਬਚਨ ਆਪ ਜੀ ਨੇ ਕਰਨੇ ਜੀ। ਪ੍ਰਵਾਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਆਪ ਜੀ ਨੇ ਕਿਰਪਾ ਕਰਕੇ ਖਿਮਾ ਕਰਨੀਆਂ ਜੀ। ਆਪ ਸਮੁੱਚੀ ਸਾਧ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਮਨਜੀਤ ਸਿੰਘ ਜੀ, ਜਿਹੜੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਨੇ, ਜਿਨ੍ਹਾਂ ਉੱਤੇ ਸਤਿਗੁਰੂ ਮਹਾਰਾਜ ਜੀ ਦੀ ਔਰ ਮਹਾਂਪੁਰਖਾਂ ਦੀ ਅਪਾਰ ਰਹਿਮਤ ਹੈ, ਉਹ ਸਾਰੀਆਂ ਸੰਗਤਾਂ ਨੂੰ ਬਾਹਰ ਬੈਠ ਕਰਕੇ ਦੀਦਾਰ ਬਖਸ਼ਿਸ਼ ਕਰਦੇ ਪਏ ਨੇ। ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ। ਸਤਿਕਾਰਯੋਗ ਬਾਬਾ ਸੁਮਿੱਤਰ ਸਿੰਘ ਜੀ ਦਾ ਔਰ ਸਾਡੇ ਅਤੀ ਸਤਿਕਾਰਯੋਗ ਜਿਹੜੇ ਦਾਸਾਂ ਨੂੰ ਨਿਵਾਜਦੇ ਨੇ ਸਟੇਜ ਸਕੱਤਰ ਸਾਹਿਬ, ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ